मैं कोई उस किस्म की गल नहीं करनी जिस किस्म की गल दी स्ट्रीक मेरे तो पहले सारे स्पीकर्स कर चुके। जे मैं उन्होंने ईडीएम च फिक्सअप कर दिया कि शुरू तो लैके सरदार गंगा सिंह जी ढिल्लों, मैं उन्होंने क्रिटिसिज्म नहीं कर रहा, मेरे बड़े करीबी दोस्त आ। हरिंदर सिंह होनी मेरे बड़े करीबी दोस्त आ। अपने डॉक्टर साहब मेरे बड़े सीनियर भी आ मेरे तो। गुरनाम कौर भी बहुत मेरे क्लोज है, साड़ी भैणा वर्गी है। होर भी डॉक्टर निहाल ने नहीं वो गल कही, नाहल ने, वो है सिख बैशिंग। सिख बैशिंग का मतलब की है कि असी सिੱਖੀ ਨੂੰ ਸਿੱਖਾਂ ਨੂੰ ਡੰਡੇ ਮਾਰ ਰਹੇ ਹਾਂ ਵੀ ਤੁਸੀਂ ਨਲਾਇਕ ਹੋ, ਤੁਹਾਨੂੰ ਕਿਸੇ ਗੱਲ ਦੀ ਅਕਲ ਨਹੀਂ, ਤੁਸੀਂ ਕੁਝ ਕਰ ਨਹੀਂ ਸਕੇ, ਤੁਸੀਂ ਕੁਝ ਅਚੀਵ ਨਹੀਂ ਕਰ ਸਕੇ। ਮੈਂ ਤਾਂ ਇਤਿਹਾਸ ਦਾ ਵਿਦਿਆਰਥੀ ਹਾਂ, ਹਿਸਟਰੀ ਲਿਖਣਾ, ਹਿਸਟਰੀ ਪੜ੍ਹਾਉਣਾ ਮੇਰਾ ਪ੍ਰੋਫੈਸ਼ਨ ਹੈ। पर मैं जे उस स्किल नाल देखने की कोशिश करा तो मैनू तो इस तरह की कोई चीज़ नज़र नहीं आती कि सिख जमा ही पिट गए, सिख जमा ही फेल हो गए, सिखां का कोई फ्यूचर ही नहीं है। मैनू तो इस तरह की कोई गल नज़र नहीं आती। तो मैं बाहरले मुल्कों च घूमदा, मैं बहुत घूमदा रहना, हिंदुस्तान च भी घूमदा रहना। मैं मेरा ख्याल आ 365 दिनों चों घट दिन अपने घरे रहना नहीं, बहुता मैं बाहर ही रहना। अज जिहड़ी सिख है इस खास तौर के उत्ते वैसटर्न वर्ल्ड च बहुत तरक्की कर रहे। अब तुसीं इन्ने मेरा ख्याल 150-200 सिख बैठे आ, 150-200 सिख बैठे आ, सारे तुसीं बड़े गुरसिख हो, बड़े कमाल दे हो। मैं तो इहो जिहे सिख किते उत्थे हिंदुस्तान च देखे नहीं। किन्ने शानदार गुरुद्वारे, कितनियां वधिया गल्लां, जगह 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 गुरुद्वारे, 24 घंटे लंगर चल रहे, बहुत सारा दिन का टाइम, सारा हफ्तावारी कीर्तन हो रहा, शेल्टर मिल रही है, पनाह मिल रही है, लंगर मिल रहा, रजाई मिल रही, कमरा। ठीक कमाल की गल है। इस गल ते तो सारी वैसटर्न वर्ल्ड वंडरस्ट्रक है। इसनूं माइक्रोस्कोपिकली एग्जामिन करके देखो, ये थोड़े खालिस्तान है, छोटे छोटे टापू आ खालिस्तान के। ਇਹਦਾ एक कंपैरिजन करिए, अपने आप की गल ना करिए, ਉਹਨੂੰ जरा तुसी दूसरियां कम्यूनिटी पेयर करके देखो। ਅਸੀਂ सारी हिंदुस्तान की आबादी का 1.5%, 1.5 या 1.25 होवांगे। 80% ਜਿਹੜੀ आबादी आ वो हिंदू धर्म ਨੂੰ ਮੰਨਦੀ है। ਸਾਰੇ इंग्लैंड ਦੇ ਵਿੱਚ, यूके ਦੇ ਵਿੱਚ ਸਿੱਖਾਂ ਦੀ ਆਬਾਦੀ ਮੇਰੇ ਖਿਆਲ 5-5.5 ਲੱਖ ਆ, ਤੇ ਇਸ ਦੇ ਮੁਕਾਬਲੇ 'ਚ ਹਿੰਦੂਆਂ ਦੀ ਆਬਾਦੀ 14 ਲੱਖ ਆ, ਤੇ ਉੱਥੇ ਇੱਕੋ ਹੀ ਮੰਦਿਰ ਆ, ਇੱਕ ਹੀ ਮੰਦਿਰ ਆ। ਔਰ ਇਸ ਦੀ ਇੱਕ ਹੋਰ ਬਿਊਟੀ ਹੈ, ਇੱਕ ਹੋਰ ਖੂਬਸੂਰਤੀ ਹੈ। ਉਹ ਆਪਣੇ ਗ੍ਰੈਂਜਰ ਨੂੰ ਤਾਂ ਐਪਰੀਸ਼ੀਏਟ ਕਰੋ, ਠੋਦੋਗੇ ਇਹ ਤੁਹਾਨੂੰ ਡਿਮੋਰਲਾਈਜ਼ ਕਰ ਦੇਣਗੇ। ਸਾਰੇ ਜਿਹੜੇ ਬੋਲ ਕੇ ਗਏ ਨਾ ਬੁਲਾਰੇ, ਤੁਹਾਨੂੰ ਬਿਲਕੁਲ ਡਿਮੋਰਲਾਈਜ਼ ਕਰ ਦੇਣਗੇ। Have confidence in yourself and feel satisfied what you have achieved, and you have achieved remarkable। ਇੱਕੋ ਮੰਦਰ ਆ, ਸਾਰੇ यूके ਦੇ ਵਿੱਚ ਬਣਾਇਆ, ਉਹ ਹੰਡੂਜਾਸ ਨੇ ਬਣਾਇਆ। ਇੱਕ ਇੰਡਸਟਰੀਅਲਿਸਟ ਆ ਹੰਡੂਜਾ, ਉਸ ਨੇ ਉਹ ਮੰਦਰ ਬਣਾਇਆ ਜਿਹੜੇ ਬੋਫਰਸ ਤੇ ਫਸ ਗਏ ਸੀਗੇ। ਲੇਕਿਨ ਮੇਰਾ ਆਪਣਾ ਖਿਆਲ ਆ, ਅੰਦਾਜ਼ਾ ਘੱਟ ਤੋਂ ਘੱਟ 60-70 ਗੁਰਦੁਆਰੇ ਜ਼ਰੂਰ ਹੋਣਗੇ ਸਾਰੇ यूके ਦੇ ਵਿੱਚ, इंग्लैंड, स्कॉटलैंड ते आयरलैंड ਨੂੰ ਮਿਲਾ। ਉਹ ਗੁਰਦੁਆਰੇ ਕਿਹਨੇ ਬਣਾਏ? ਉਹ ਸੰਗਤ ਨੇ ਬਣਾਏ। ਕਿਸ ਦੇ ਆਦੇਸ਼ ਦੇ ਉੱਤੇ ਸੰਗਤ ਨੇ ਬਣਾਏ ਆ? ਗੁਰੂ ਦੇ ਆਦੇਸ਼ ਦੇ ਉੱਤੇ ਸੰਗਤ ਨੇ ਬਣਾਏ। ਉਹ ਕਿਸੇ ਮਿੱਤਲ ਦੇ ਜਾਂ ਕਿਸੇ ਇੰਡੀਵਿਜੂਅਲ ਦੇ ਬਣਾਏ ਹੋਏ ਗੁਰਦੁਆਰੇ ਨਹੀਂ, ਉਹ ਗੁਰੂ ਦੇ ਗੁਰਦੁਆਰੇ ਹੀ ਬਣਾਏ ਆ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ, ਇਸੇ ਤਰ੍ਹਾਂ ਕੈਨੇਡਾ ਦੇ ਵਿੱਚ, ਇਸੇ ਤਰ੍ਹਾਂ ਆਇਰਲੈਂਡ, ਸਾਰੀ ਦੁਨੀਆ ਦੇ ਵਿੱਚ ਮੈਂ ਘੁੰਮਦਾ ਰਹਿਣਾ। ਐਸੀ ਕਮਾਲ ਦੀ ਸਥਿਤੀ, ਐਸੀ ਖੂਬਸੂਰਤ ਸਥਿਤੀ, ਐਸੀ ਤੁਹਾਡੀ ਕੰਟਰੀਬਿਊਸ਼ਨ। ਹੁਣ ਤੁਸੀਂ ਸਕੂਲ ਬਣਾ ਰਹੇ ਹੋ ਔਰ ਉਹਨਾਂ ਨੂੰ ਤੁਸੀਂ ਮਾਡਰਨ ਐਜੂਕੇਸ਼ਨ ਦੇ ਰਹੇ ਹੋ। ਮੁਸਲਮਾਨਾਂ ਨਾਲੋਂ ਵੱਧ, ਕਿਤੇ ਵੱਧ ਆਬਾਦੀ ਆ ਮੁਸਲਮਾਨਾਂ ਦੀ ਅਮਰੀਕਾ ਤੇ ਕੈਨੇਡਾ 'ਚ। ਔਰ ਇੱਥੇ ਕਿੰਨੀਆਂ ਕੁ ਮਸਜਿਦਾਂ? 1 ਜਾਂ 2 ਜਾਂ 4-5 ਹੋਣਗੀਆਂ। ਉਹ ਕਿਉਂ ਡਿਮੋਰਲਾਈਜ਼ ਹੁੰਦੇ ਹੋ? ਮੈਂ ਦੇਖਦਾ ਸੀ ਜਦੋਂ ਬੋਲ ਰਹੇ ਸੀ ਨਾ ਵੱਡੇ ਵੱਡੇ ਬੁਲਾਰੇ,
ਤੁਹਾਡੇ ਮਨ ਤੇ ਬਹੁਤ ਉਦਾਸੀ, ਬੜੀ ਪਰੇਸ਼ਾਨੀ, ਬੜੀ ਚਿੰਤਾ ਤੇ ਬੜੀ ਡਿਮੋਰਲਾਈਜੇਸ਼ਨ। ਮਾਫ ਕਰਨਾ, ਥਿੰਕ ਆਫ ਦਾ ਪੋਜ਼ਿਟਿਵ ਐਸਪੈਕਟ। ਮੈਂ ਪੋਜ਼ਿਟਿਵਿਸਟ ਹਾਂ। ਕਿਵੇਂ ਆ? ਦਰਬਾਰ ਸਾਹਿਬ ਤੇ ਹਮਲਾ ਹੋਇਆ, ਬੜੀ ਵੱਡਾ ਘੱਲੂਘਾਰਾ ਸਿੱਖਾਂ ਦਾ। ਤਾਂ ਉਸ ਘੱਲੂਘਾਰੇ ਤੋਂ ਬਾਅਦ ਮੇਰੀ ਵਾਈਫ ਬਹੁਤ ਰੋਣ ਲੱਗ ਗਈ। ਉਹ ਵੀ ਪੜ੍ਹਾਉਂਦੀ ਸੀ ਕਾਲਜ ਦੇ ਵਿੱਚ, ਬਹੁਤ ਉਦਾਸ ਹੋ ਗਈ। ਮੈਂ ਕਿਹਾ ਕੀ ਗੱਲ ਹੈ, ਉਦਾਸ ਹੋਣ ਵਾਲੀ ਕਿਹੜੀ ਗੱਲ ਹੈ? ਜੇ ਸਿੱਖਾਂ ਦੇ ਕੋਲ ਕੋਈ ਪੋਟੈਂਸ਼ੀਅਲ ਹੈ, ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਆਈਡੀਓਲੋਜੀ ਹੈ, ਤਾਂ ਸਿੱਖ ਉਸ ਬਰਡ ਦੇ ਵਿੱਚ ਉੱਠਣਗੇ ਜਿਹਦੇ ਏਸ਼ਿਸ ਤੋਂ ਫਿਰ ਦੁਬਾਰਾ ਉੱਠ ਕੇ ਅਸਮਾਨ ਤੇ ਪਹੁੰਚ ਜਾਂਦਾ। ਯੂ ਹੈਵ ਦੀ ਪੇਸ਼ੈਂਸ। ਮੈਂ ਜਦੋਂ ਫਿਰ ਉਸ ਕਿਤਾਬ ਦਾ ਟਾਈਟਲ ਦਿੱਤਾ ਨਾ, ਉਹ ਹੈ ਇੰਡੀਆ ਕਮਿਟਸ ਸੁਸਾਈਡ। ਇਹ ਤਾਂ ਉਹ ਸੁਸਾਈਡ ਕਰ ਲਿਆ। ਇਹੋ ਜੀ ਪ੍ਰੋਡਕਟਿਵ ਕੌਮ, ਇਹੋ ਜਿਹੇ ਕਮਾਲ ਦੇ ਲੋਕ ਜਿਨ੍ਹਾਂ ਦੀ ਕੰਟਰੀਬਿਊਸ਼ਨ ਹਰ ਫੀਲਡ ਦੇ ਵਿੱਚ, ਚਾਹੇ ਤੁਸੀਂ ਡਿਫੈਂਸ ਲੈ ਲਓ, ਚਾਹੇ ਤੁਸੀਂ ਐਗਰੀਕਲਚਰ ਲੈ ਲਓ, ਚਾਹੇ ਤੁਸੀਂ ਇੰਡਸਟਰੀ ਲੈ ਲਓ, ਚਾਹੇ ਕੋਈ ਖਿੱਤਾ ਲੈ ਲਓ, ਘੱਟ ਤੋਂ ਘੱਟ 70-60%, 50% ਇਸ ਤਰ੍ਹਾਂ ਦੀ 1.5-2% ਦੀ ਆਬਾਦੀ। ਤਾਂ ਕਿਸ ਨੇ ਸੁਸਾਈਡ ਕਮਿਟ ਕੀਤਾ? ਕੌਣ ਮਰਿਆ? ਮਰੇ ਤਾਂ ਉਹ ਆ, ਲੇਕਿਨ ਉਹਦੇ 'ਚ ਇੱਕ ਗੱਲ ਹੈ, ਬਰੀਕ ਹੈ ਉਹ ਗੱਲ, ਕਿਉਂਕਿ ਸਿੱਖ ਪੜ੍ਹਦਾ ਨਹੀਂ ਜਨਰਲੀ। ਇਹ ਮੇਰਾ ਵੀ ਤੁਹਾਡੇ ਨਾਲ ਗੁੱਸਾ ਗਿਲਾ ਹੈ, ਇਹ ਮੇਰੀ ਵੀ ਸ਼ਿਕਾਇਤ ਹੈ। ਜਿਹੜਾ ਅਕੋਰਡ ਹੋਇਆ, ਸਾਡਾ ਜਿਹੜਾ ਫਾਲ ਹੈ ਨਾ, ਗਿਰਾਵਟ ਆ, ਬਲੂ ਸਟਾਰ ਅਟੈਕ, ਇਹ ਆਪਰੇਸ਼ਨ ਨਹੀਂ ਹੈ। ਮਾਫ ਕਰਨਾ, ਆਪਰੇਸ਼ਨ ਦਾ ਲਫ਼ਜ਼ ਨਾ ਇਹਦੇ ਨਾਲ ਯੂਜ਼ ਕਰਿਓ। ਜਿਹੜਾ ਆਪਰੇਸ਼ਨ ਦਾ ਲਫ਼ਜ਼ ਯੂਜ਼ ਕੀਤਾ, ਦੁਸ਼ਮਣ ਦਾ ਕੋਡ ਵਰਡ ਹੈ। ਬਲੂ ਸਟਾਰ ਅਟੈਕ ਹੈ। ਜਿਹੜਾ ਅਕੋਰਡ ਹੈ, ਉਹ ਤੁਹਾਡਾ ਫਾਲ ਆ। ਕਿਵੇਂ ਫਾਲ? ਕੌਮਾਂ ਲੜਦੀਆਂ, ਕੌਮਾਂ ਹਾਰਦੀਆਂ, ਪਰ ਜਦੋਂ ਇਤਿਹਾਸ ਦੇ ਵਿੱਚ ਕੌਮਾਂ ਆਪ ਲਿਖ ਕੇ ਦੇ ਦਿੰਦੀਆਂ ਵੀ ਅਸੀਂ ਹਾਰੇ ਤੇ ਅਸੀਂ ਸਰੈਂਡਰ ਕਰਤਾ, ਉਸ ਜਿਹੜੀ ਹਾਰ ਜਾਂਦੀ ਹੈ, ਉਹ ਡਿਮੋਰਲਾਈਜੇਸ਼ਨ ਦਾ ਸਿੰਬਲ। ਹੁਣ ਮੈਂ ਗੱਲ ਨੂੰ ਛੱਡ ਦਿੰਦਾ, ਕਿਉਂਕਿ ਅੱਜ ਦਾ ਟੌਪਿਕ ਜਿਹੜਾ ਮੇਰਾ ਹੋਰ ਸੀ, ਔਰ ਮੈਨੂੰ ਤੁਹਾਡੇ ਬਾਰੇ ਫਿਕਰ ਸੀ, ਮੈਨੂੰ ਸਿੱਖਾਂ ਦਾ ਫਿਕਰ ਰਹਿੰਦਾ। ਇਹਨਾਂ ਨੇ ਮੈਨੂੰ ਇੱਕ ਬੜਾ ਖਤਰਨਾਕ ਟੌਪਿਕ ਦਿੱਤਾ। ਇਹਨਾਂ ਨੇ, ਡਾਕਟਰ ਸਾਹਿਬ ਨੇ, ਬਲਕਾਰ ਸਿੰਘ ਨੇ ਮੈਨੂੰ ਫੋਨ ਤੇ ਕਿਹਾ ਵੀ ਉਹ ਕਹਿੰਦੇ ਆ ਜੀ ਤੁਸੀਂ ਖਾਲਸਾ ਪੰਥ ਅਤੇ ਵਿਪਰਵਾਦ ਦੇ ਉੱਤੇ ਲਿਖੋ। ਮੇਰਾ ਜਿਹੜਾ ਕਰਾਫਟ ਉਹ ਡਿਫਰੈਂਟ ਹੈ। ਮੈਂ ਉਸੇ ਦਿਨ ਤੋਂ, ਕਿਉਂਕਿ ਭਰਾ ਮੇਰੇ ਮਿਹਰਬਾਨ ਵੀ ਆ, ਫਿਰ ਡਾਕਟਰ ਨਿਹਾਲ ਸਾਹਿਬ ਦੇ ਫੋਨ ਆਉਣ ਲੱਗ ਗਏ, ਕਹਿੰਦੇ ਤੁਸੀਂ ਇਸੇ ਤੇ ਹੀ ਲਿਖਣਾ। ਮੈਂ ਕਿਹਾ ਜੀ, ਤੇ ਇਹ ਜਿਹੜਾ ਬੋਲਿਆ ਨਾ ਟੌਪਿਕ, ਜੇ ਉਹਦੇ ਤੇ ਮੈਂ ਬੋਲਣਾ ਹੁੰਦਾ ਫਿਰ ਮੈਨੂੰ ਬਹੁਤੀ ਤਿਆਰੀ ਕਰਨੀ ਨਹੀਂ ਸੀ ਪੈਣੀ। ਪਰ ਖੈਰ, ਐਨੀ ਹੋ, ਵਿਪਰਵਾਦ ਹੈ ਕੀ ਚੀਜ਼ ਮੈਨੂੰ ਨਹੀਂ ਸੀ ਪਤਾ। ਇਮਾਨਦਾਰੀ ਨਾਲ ਸਿੱਖ ਜ਼ਰੂਰ ਬੜੀਆਂ ਸਟੇਜਾਂ ਤੋਂ ਗੱਲ ਕਰਦੇ ਆ, ਮੈਂ ਉਹੀਓ ਸੁਣ ਲੈਂਦਾ ਸੀ, ਕੋਈ ਗੱਲ ਹੋਣੀ ਹੈ ਬਾਹਮਣਾ ਮੂੰਹ ਵਾਲੀ, ਐਡੀ ਲੰਬੀ ਚੌੜੀ ਗੱਲ ਨਹੀਂ। ਮੈਂ ਜਦੋਂ ਇਹਨਾਂ ਨੇ ਮੈਨੂੰ ਟੌਪਿਕ ਦਿੱਤਾ, ਮੈਂ ਡਾਕਟਰ ਸਾਹਿਬ ਨਾਲ ਟੈਲੀਫੋਨ ਤੇ ਵੀ ਗੱਲ ਕੀਤੀ। ਮੈਂ ਕਿਹਾ ਤੁਸੀਂ ਤਾਂ ਪ੍ਰੋਫੈਸਰ ਰਿਲੀਜਨ ਦੇ ਹੋ, ਹਿਸਟਰੀ ਦਾ ਪ੍ਰੋਫੈਸਰ ਰਿਟਾਇਰ ਹੋਇਆ, ਮੇਰੀ ਇਹ ਸਟੱਡੀ ਨਹੀਂ ਹੈ, ਇਹ ਥੀਮੈਟਿਕ ਸਟੱਡੀ ਆ, ਇਹ ਰਿਲੀਜਨ ਦੀ ਸਟੱਡੀ ਆ, ਦੱਸੋ ਤਾਂ ਸਹੀ ਇਹਦਾ ਮਤਲਬ। ਇਹ ਵੀ ਕਹਿੰਦੇ ਬਾਹਮਣਾ ਮੂੰਹ ਵਾਲੀ ਗੱਲ ਆ, ਇੰਨੀ ਕੀ ਗੱਲ। ਮੈਂ ਜੀ ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਨਹੀਂ, ਸਵਾਦ ਨਹੀਂ ਆਇਆ, ਗੱਲ ਕੋਈ ਹੋਰ ਆ, ਇਹਨੂੰ ਕੁੱਖ, ਇਹਦੀ ਤਹਿ ਤੱਕ ਜਾਈਏ, ਇਹਦੀ ਜੜ ਤੱਕ ਜਾਈਏ। ਤਾਂ ਮੈਂ ਸੰਸਕ੍ਰਿਤ ਦੇ ਪ੍ਰੋਫੈਸਰ ਕੋਲ ਗਿਆ, ਉਹਨੂੰ ਕਿਹਾ, ਮੈਂ ਕਿਹਾ ਜੀ ਆਪਣੀ ਡਿਕਸ਼ਨਰੀ ਜਾਂ ਐਨਸਾਈਕਲੋਪੀਡੀਆ 'ਚ ਦੇਖੋ ਕਿਤੇ ਵਿਪਰਵਾਦ ਹੈ। ਉਹ ਕਹਿੰਦੇ ਜੀ, ਮੈਂ ਉਹਨਾਂ ਕੋਲ ਬੈਠਿਆ, ਮੇਰੇ ਦੋਸਤ ਆ, ਹਿੰਦੂ ਆ, ਬਾਹਮਣ ਆ, ਉਹ ਦੇਖਣ ਲੱਗ ਗਏ, ਉਹ ਸਮਝ ਗਈ ਆ। ਕਹਿੰਦੇ ਡਾਕਟਰ ਸਾਹਿਬ ਹਲੇ ਸਬਰ ਨਹੀਂ ਆਇਆ। ਮੈਂ ਕਿਹਾ ਨਹੀਂ, ਮੈਂ ਵੀ ਮੇਰੇ ਦੋਸਤ ਆ, ਯਾਰ ਦੋਸਤ ਆ ਸੀ ਉਹ। ਮੈਂ ਉਹਨਾਂ ਨੂੰ ਕਿਹਾ ਨਹੀਂ, ਹਲੇ ਕੁਝ ਗੱਲ ਹੋਰ ਰਹਿੰਦੀ, ਪਰਮਾਤਮਾ ਨੇ, ਮੈਂ ਕਿਹਾ ਗੁਰੂ ਨੇ ਮੇਰੇ ਤੋਂ ਕਰਾਉਣੀ ਹੈ, ਤੁਸੀਂ ਜਰਾ ਡਿਕਸ਼ਨਰੀ ਤੇ ਐਨਸਾਈਕਲੋਪੀਡੀਆ ਸੰਸਕ੍ਰਿਤ ਦੇ ਪੜ੍ਹੋ। ਤਾਂ ਉਹਨਾਂ ਦੇ ਵਿੱਚੋਂ ਮੈਨੂੰ ਉੱਥੇ ਵੀ ਮੈਂ ਗੱਲ, ਉਹ ਵੀ ਫਿਰ ਬਾਅਦ 'ਚ ਕਰੂੰਗਾ। ਫਿਰ ਮੈਂ ਪਰਸ਼ੀਅਨ ਦਾ ਜਿਹੜਾ ਪ੍ਰੋਫੈਸਰ ਆ ਮੁਸਲਮਾਨ, ਉਹਦੇ ਕੋਲ ਵੀ ਗਿਆ। ਮੈਂ ਕਿਹਾ ਉੱਥੋਂ ਵੀ ਦੇਖੀ ਦੀ ਕੋਈ ਜੜ ਜੁੜ ਜੀ ਨਿਕਲਦੀ ਹੋਵੇ। ਅਖੀਰ ਇਹ ਨਿਕਲਿਆ, ਜੇ ਉਹਨੂੰ ਮੈਂ ਟਰਾਂਸਲੇਟ ਕਰਾਂ, ਪਤਾ ਨਹੀਂ ਐਗਜ਼ੈਕਟਲੀ ਕਰ ਸਕੂੰਗਾ ਜਾਂ ਨਹੀਂ, ਵਿਪਰੀਤ, ਉਸ ਤੋਂ ਹੋਰ ਵੀ ਕੋਈ ਚੀਜ਼ ਹੈ, ਉਸ ਦੇ ਨਾਲ ਲੱਗਦੀ ਕੋਈ ਹੋਰ ਵੀ ਚੀਜ਼ ਹੈਗੀ। ਫਿਰ ਮੈਂ ਹਰਿੰਦਰ ਸਿੰਘ ਮਹਿਬੂਬ ਦੀ ਕਿਤਾਬ ਵੀ ਬਹੁਤ ਪੜ੍ਹੀ,
ਆਪਣੇ ਕਰਮਜੀਤ ਤੋਂ ਲੈ ਕੇ ਬਹੁਤ ਉਹਨੂੰ ਦੇਖਿਆ, ਕਿਉਂਕਿ ਉਹਨੇ ਇਹ ਗੱਲ ਬਹੁਤ ਡਿਟੇਲ 'ਚ ਡਿਸਕਸ ਕੀਤੀ। ਹੁਣ ਇੱਥੇ ਗੱਲ ਇਹ ਆ ਕਿ ਨਾਨਕ ਨੇ, ਦੇਖੋ ਮੈਂ ਤੁਹਾਨੂੰ ਛੋਟੀਆਂ ਜਿਹੀਆਂ ਕਹਾਣੀਆਂ ਵੀ ਸੁਣਾਉਂਗਾ, ਥੋੜੀ ਦਿਲਚਸਪੀ ਵੀ ਕਰਾਉਂਗਾ ਔਰ ਤੁਹਾਨੂੰ ਗੱਲ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗਾ। ਗੁਰੂ ਨਾਨਕ ਦਾ ਇੱਕ ਰੈਵੋਲੂਸ਼ਨ ਸੋਸਾਇਟਲ ਰਿਲੀਜਨ ਹੈ, ਸਮਾਜਿਕ ਧਰਮ ਹੈ। ਦੋ ਕਿਸਮ ਦੇ ਧਰਮ ਆ ਦੁਨੀਆ ਦੇ ਵਿੱਚ, ਜਿਨ੍ਹਾਂ ਨੂੰ ਜਿਹੜੇ ਪ੍ਰੋਫੈਸਰਸ ਆਫ ਰਿਲੀਜਨ ਆ ਉਹਨਾਂ ਨੇ ਡਿਵੀਜ਼ਨ ਕੀਤੀ ਹੈ। ਇੱਕ ਹੈ ਸਾਲਵੇਸ਼ਨ ਰਿਲੀਜਨਸ, ਮੁਕਤੀ ਦੇ ਧਰਮ, ਉਹ ਇੰਡੀਵਿਜੂਅਲ ਰਿਲੀਜਨਸ ਹੁੰਦੇ ਆ। ਦੂਸਰੇ ਹੈ ਸੋਸਾਇਟਲ ਰਿਲੀਜਨਸ, ਉਹ ਹੁੰਦੇ ਆ ਸਮਾਰਮ, ਜਿਹੜੇ ਸਮਾਜ ਦੇ ਵਿੱਚ ਤਬਦੀਲੀ ਲਿਆਉਂਦੇ ਆ, ਚੇਂਜਸ ਲਿਆਉਂਦੇ ਆ, ਰੈਵੋਲੂਸ਼ਨ ਲਿਆਉਂਦੇ ਆ। ਗੁਰੂ ਨਾਨਕ ਇੱਕ ਬਹੁਤ ਬੜਾ ਰੈਵੋਲੂਸ਼ਨਰੀ ਸੀ। ਮਾਫ ਕਰਨਾ, ਮੈਂ ਤਾਂ ਉਹਨੂੰ ਬਹੁਤਾ ਸਮਝ ਨਹੀਂ ਸਕਿਆ, ਪਰ ਮੈਂ ਕੋਸ਼ਿਸ਼ ਜ਼ਰੂਰ ਕਰਦਾ। ਮੇਰਾ ਇਸ਼ਕ ਆ ਗੁਰੂ ਨਾਨਕ ਦੇ ਨਾਲ। ਗੁਰੂ ਨਾਨਕ ਦੀ ਅੱਜ ਤੱਕ ਕੋਈ ਸਿੱਖ ਤਸਵੀਰ ਨਹੀਂ ਬਣਾ ਸਕਿਆ। ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਉਹ ਸੋਭਾ ਸਿੰਘ ਦੀਆਂ ਤਸਵੀਰਾਂ, ਉਹ ਗੁਰੂ ਨਾਨਕ ਦੀ ਤਸਵੀਰ ਨਹੀਂ ਹੈ। ਕਿਉਂ ਨਹੀਂ ਹੈ? ਉਸ ਦੇ ਉੱਤੇ ਮੈਂ ਕ੍ਰਿਟੀਕ ਦਿੱਤਾ ਸੀ ਇੱਕ ਵਾਰੀ ਇੰਸਟੀਚਿਊਟ ਆਫ ਸਿੱਖ ਸਟੱਡੀਜ਼ 'ਚੋਂ, ਦੱਸਦਾ ਕੀ ਚੀਜ਼ ਹੈ। ਗੁਰੂ ਨਾਨਕ ਚਿੰਤਤ ਹੈ, ਹੀ ਇਜ਼ ਵਰੀਡ, ਹੀ ਇਜ਼ ਕੰਸਰਨਡ, ਹੀ ਇਜ਼ ਇਨਵੋਲਵਡ, ਹੀ ਇਜ਼ ਅਪਸੈਟ, ਜਿਸ ਤਰ੍ਹਾਂ ਤੁਸੀਂ ਪਹਿਲਾਂ ਸੀਗੇ। ਕਿਸ ਗੱਲ ਤੇ ਅਪਸੈਟ ਹੈ ਕਿ ਇਤਨੀ ਜ਼ਾਤੀ ਐਡੇ ਬੜੇ ਸਮਾਜ ਦੇ ਵਰਗ ਦੇ ਨਾਲ 40-50% ਵਰਗਾ ਲਤਾੜਿਆ ਗਿਆ, ਕੁਚਲਿਆ ਗਿਆ, ਦਬਾਇਆ ਗਿਆ, ਐਕਸਪਲੋਇਟ ਕੀਤਾ ਗਿਆ। ਹਾਊ ਕੈਨ ਹੀ ਕਲੋਜ਼ ਹਿਜ਼ ਆਈਜ਼? ਐਂ ਕਰਕੇ ਜੇ ਜਿਵੇਂ ਬਣਾਈ ਵੀ ਨਾ ਫੋਟੋ, ਉਹ ਕਿਵੇਂ ਹੋ ਸਕਦਾ ਸੰਤੁਸ਼ਟ?